ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੋਕ ਰਾਣਾ ਚੈਨਲ ਪੰਜਾਬੀ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਮੇਰੇ ਨਾਲ ਸਿਆਸੀ ਮਾਨ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਹੁਣ ਚਰਚਾ ਜਿਹੜੀ ਹੈ, ਜਦੋਂ ਤੋਂ ਸਰਕਾਰ ਆਪਣੇ ਏਜੰਡਿਆਂ ਦੇ ਉੱਤੇ ਲਗਾਤਾਰ ਬਣੀ ਹੋਈ ਹੈ ਕਿ ਅਸੀਂ ਇੱਥੋਂ ਪਿੱਛੇ ਨਹੀਂ ਹਟਣਾ। ਕੇਂਦਰ ਸਰਕਾਰ ਦੀ ਅਸੀਂ ਗੱਲ ਕਰ ਰਹੇ ਹਾਂ। ਸੰਸਦ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸਾਰੀਆਂ ਵਿਰੋਧੀ ਧਿਰਾਂ ਇੱਕ ਪਾਸੇ ਤੇ ਕੇਂਦਰ ਸਰਕਾਰ, ਮੋਦੀ ਸਰਕਾਰ ਕਹਿ ਲਓ, ਇੱਕ ਪਾਸੇ ਅੜੀ ਹੋਈ ਹੈ। ਉਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਮਮਤਾ ਬੈਨਰਜੀ ਦਿੱਲੀ ਮਿਸ਼ਨ ਕਹਿ ਲਓ ਜਾਂ ਫਿਰ ਏਦਾਂ ਕਹਿ ਲਓ ਕਿ ਤਮਾਮ ਵਿਰੋਧੀ ਧਿਰਾਂ ਦੀ ਅਗਵਾਈ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਮਮਤਾ ਬੈਨਰਜੀ ਨੇ ਕਰਨੀ ਹੈ, ਉਸ ਦੇ ਉੱਤੇ ਚਰਚਾ ਕਰਨ ਦੇ ਲਈ ਇੱਕ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਤਾਂ ਮਿਲੇ ਹੋਣੇ ਆਪਣੇ ਸੂਬਿਆਂ ਦੇ ਮਸਲੇ ਨੂੰ ਲੈ ਕੇ, ਪਰ ਦੂਜੇ ਬੰਨੇ ਜਿਹੜਾ ਸੋਨੀਆ ਗਾਂਧੀ ਨੂੰ ਮਿਲਣਾ ਜਾਂ ਸ਼ਰਦ ਪਵਾਰ ਹੋਣਾ ਨੂੰ ਮਿਲਣਾ, ਇਹ ਚਰਚਾ ਛੇੜਦਾ ਹੈ ਕਿ ਕੀ ਹੁਣ ਮਹਾਗਠਜੋੜ ਬਣਨ ਜਾ ਰਿਹਾ ਤੇ ਉਹ ਹੋਵੇਗਾ ਤਾਂ ਕਿਸ ਤਰ੍ਹਾਂ ਦਾ ਹੋਏਗਾ, ਰੂਪਰੇਖਾ ਕਿੱਦਾਂ ਦੀ ਹੋਏਗੀ। ਜਦੋਂ ਇੱਕ ਬੰਨੇ ਰਾਹੁਲ ਗਾਂਧੀ ਹੋਣਾ ਨੂੰ ਕਾਂਗਰਸ ਜਿਹੜੀ ਆ ਉਹ ਅੱਗੇ ਆਪਣਾ ਚਿਹਰਾ, ਇੱਕ ਵੱਡਾ ਚਿਹਰਾ, ਪ੍ਰਧਾਨ ਮੰਤਰੀ ਦਾ ਚਿਹਰਾ ਬਣਾ ਕੇ ਜਿਹੜਾ ਉਹ ਅੱਗੇ ਲੈ ਕੇ ਚੱਲ ਰਹੀ ਹੈ। ਇਸ ਸਭ ਦੇ ਵਿਚਾਲੇ ਕਿਸਾਨੀ ਅੰਦੋਲਨ ਦੀ ਪਾਰਲੀਮੈਂਟ ਦੇ ਵਿੱਚ ਗੂੰਜ, ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈ ਕਿ ਇੱਕ ਵਾਰੀ ਸਾਡੀ ਗੱਲ ਸੁਣੋ, ਰੌਲਾ ਰੱਪਾ ਨਾ ਪਾਓ, ਪਰ ਕਿਸਾਨ ਜਾਂ ਵਿਰੋਧੀ ਧਿਰਾਂ ਇਹ ਗੱਲ ਕਹਿੰਦੀਆਂ ਨੇ ਕਿ ਕਿੰਨੀ ਕੁ ਵਾਰ ਸੁਣੀਏ, ਬਹੁਤ ਵਾਰ ਸੁਣ ਚੁੱਕੇ ਆ। ਹੁਣ ਸਿਰਫ ਇੱਕੋ ਮਸਲਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰੋ। ਕਿਸਾਨ ਕਹਿੰਦੇ ਨੇ ਕਿ ਆਪਣਾ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਕੋਈ ਨਵਾਂ ਕਾਨੂੰਨ ਲਿਆਓ, ਬਹਿ ਕੇ ਗੱਲਬਾਤ ਕਰਦੇ ਆ, ਉਸ ਤੋਂ ਬਾਅਦ ਉਸ ਕਾਨੂੰਨ ਨੂੰ ਪਾਸ ਵੀ ਕੀਤਾ ਜਾ ਸਕਦਾ ਹੈ, ਪਰ ਜੇ ਕਿਸਾਨਾਂ ਦੀ ਸਹਿਮਤੀ ਹੋਵੇਗੀ ਤਾਂ। ਇਹਦੇ ਵਿਚਾਲੇ ਨਵਜੋਤ ਸਿੱਧੂ ਨੇ ਜਿਹੜਾ ਇੱਕ ਕੈਪਟਨ ਸਾਹਿਬ ਨੂੰ ਮਿਲ ਕੇ 5 ਨੁਕਾਤੀ ਏਜੰਡਾ ਰੱਖਿਆ, ਉਹਦੇ ਵਿੱਚ ਵੀ ਕਿਸਾਨਾਂ ਦੇ ਮੁੱਦੇ ਦੀ ਗੱਲ ਹੋਈ ਹੈ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਜੀ ਲੋਕ ਰਾਣਾ ਚੈਨਲ ਪੰਜਾਬੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਮਮਤਾ ਬੈਨਰਜੀ ਦਾ ਦਿੱਲੀ ਦੌਰਾ ਜਿਹੜਾ? ਸੁਖਵਿੰਦਰ ਜੀ, ਬਹੁਤ ਇੰਪੋਰਟੈਂਟ ਹੈ ਦਿੱਲੀ ਦੌਰਾ ਇਸ ਵੇਲੇ, ਆਪਾਂ ਕਹਿ ਸਕਦੇ ਹਾਂ ਮਮਤਾ ਜੀ ਦਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹ ਜਿੱਤ ਕੇ ਸਾਹਮਣੇ ਆਏ ਨੇ ਔਰ ਤੀਜੀ ਵਾਰੀ ਬੰਗਾਲ ਦੇ ਮੁੱਖ ਮੰਤਰੀ ਬਣੇ ਨੇ, ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਿਹੜੀਆਂ ਪ੍ਰਸਥਿਤੀਆਂ ਨੇ ਉਹ ਬਦਲ ਰਹੀਆਂ ਨੇ, ਬਹੁਤ ਤੇਜ਼ੀ ਨਾਲ ਬਦਲ ਰਹੀਆਂ ਨੇ। ਖਾਸ ਤੌਰ ਤੇ ਜੇ ਆਪਾਂ ਵੱਖ-ਵੱਖ ਸਟੇਟਾਂ ਦੀ ਗੱਲ ਕਰੀਏ, ਜਿਵੇਂ ਹੁਣ ਮੰਨ ਲਓ 5 ਸਟੇਟਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ। ਪੰਜਾਬ ਹੈ, ਯੂਪੀ ਹੈ, ਉੱਤਰਾਖੰਡ ਹੈ ਔਰ ਮਣੀਪੁਰ ਹੈ, ਗੋਆ ਹੈ। ਇਸ ਤਰ੍ਹਾਂ ਦੀਆਂ ਜਦੋਂ ਸਟੇਟਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਤਾਂ ਇਦਾਂ ਦਾ ਜਿਹੜਾ ਹੈਗਾ ਮਹਾਗਠਬੰਧਨ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਜੇਕਰ ਬਣਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਐਂਟੀ ਬੀਜੇਪੀ ਇੱਕ ਵੱਡਾ ਮੋਰਚਾ ਸ਼ੁਰੂ ਹੁੰਦਾ ਹੈ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ 24 ਦੇ ਉੱਤੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਉੱਤੇ ਵੀ ਜਿਹੜਾ ਬਹੁਤ ਵੱਡਾ ਅਸਰ ਪੈਣ ਦੀਆਂ ਸੰਭਾਵਨਾਵਾਂ ਨੇ। ਸੋ ਉਸੇ ਕਰਕੇ ਮੈਨੂੰ ਲੱਗਦਾ ਹੈ ਕਿ ਮਮਤਾ ਜੀ ਨੇ ਕੱਲ ਔਰ ਅੱਜ ਵੀ ਦੇਖੋਗੇ ਤੁਸੀਂ ਵੱਡੇ ਵੱਡੇ ਲੀਡਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕਰਨੀ ਹੈ। ਖਾਸ ਤੌਰ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ, ਫੋਰ ਐਗਜ਼ਾਮਪਲ ਸੋਨੀਆ ਜੀ ਦੀ ਜੇ ਆਪਾਂ ਗੱਲ ਕਰੀਏ ਜਾਂ ਕੇਜਰੀਵਾਲ ਜੀ ਦੀ ਗੱਲ ਕਰੀਏ, ਜਿਵੇਂ ਤੁਸੀਂ ਸ਼ਰਦ ਪਵਾਰ ਦੀ ਗੱਲ ਕੀਤੀ ਹੈ। ਸੋ ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਨੂੰ ਜਦੋਂ ਤੁਸੀਂ ਇਕਜੁੱਟ ਕਰ ਲੋਗੇ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਬਹੁਤ ਫਰਕ ਪਏਗਾ 24 ਦੀਆਂ ਇਲੈਕਸ਼ਨਾਂ ਦੇ ਵਿੱਚ। ਔਰ ਇਹਦਾ ਜੇਕਰ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਕਿਸਾਨ ਬਿੱਲਾਂ ਦੇ ਉੱਤੇ ਵੀ ਜਿਹੜਾ ਹੈਗਾ ਬਹੁਤ ਫਰਕ ਪੈ ਸਕਦਾ ਹੈ। ਖਾਸ ਤੌਰ ਤੇ ਜੇ ਆਪਾਂ ਦੇਖੀਏ ਕਿ ਜਿਸ ਕਿਸਮ ਦੀ ਅੜੀ ਇਸ ਵੇਲੇ ਕੇਂਦਰ ਸਰਕਾਰ, ਮੋਦੀ ਸਰਕਾਰ ਕਿਸਾਨਾਂ ਦੇ ਲਈ ਕਰ ਰਹੀ ਹੈ, ਤਾਂ ਉਸ ਅੜੀ ਦੇ ਵਿੱਚ ਵੀ ਜਿਹੜਾ ਹੈਗਾ ਲਚਕਾ ਸਕਦੀ ਹੈ, ਉਹ ਵੀ ਝੁਕ ਸਕਦੀ ਹੈ। ਸੋ ਸੰਭਾਵਨਾਵਾਂ ਇਹੀ ਨੇ ਕਿ ਜੇਕਰ ਇਹ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਵੱਖ-ਵੱਖ, ਖਾਸ ਤੌਰ ਤੇ ਜਿਹੜੀਆਂ ਮਮਤਾ ਜੀ ਹੋਰਾਂ ਦੀ ਪਾਰਟੀ ਹੈ ਜਾਂ ਕਾਂਗਰਸ ਇੱਕ ਮੋਰਚਾ, ਸਾਂਝਾ ਮੋਰਚਾ ਬਣਾਉਂਦੀ ਹੈ। ਜਿਹੜੀ ਪਿਛਲੇ ਵਾਰੀ ਜਿਹੜੀ ਲੋਕ ਸਭਾ ਦੇ ਵਿੱਚ ਗਲਤੀ ਰਹੀ ਉਹ ਇਹੀ ਰਹੀ ਵੱਡੀ ਕਿ ਕਾਂਗਰਸ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਅਸੀਂ ਦੁਬਾਰਾ ਆ ਜਾਾਂਗੇ, ਸਾਡੀਆਂ ਸੀਟਾਂ ਜਿਹੜੀਆਂ ਨੇ ਵਧਣਗੀਆਂ, ਪਰ ਹੋਇਆ ਕਿ ਬਿਲਕੁਲ ਉਲਟ ਹੋਇਆ। ਸਗੋਂ ਉਹਦਾ ਨੁਕਸਾਨ ਹੋਇਆ ਕਿਉਂਕਿ ਕੱਲਿਆਂ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਕੱਲਿਆਂ ਸਾਡਾ ਸਰ ਜੇਗਾ। ਪਰ ਇਸ ਵਾਰੀ ਜਿਵੇਂ ਸੋਨੀਆ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਹੈ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਸਮਝੌਤਾ ਕਰਨਾ ਚਾਹੀਦਾ, ਕਾਂਗਰਸ ਨੂੰ ਵੀ। ਔਰ ਸਿਰਫ ਇਸ ਲਈ ਕਿ ਮੋਦੀ ਸਾਹਿਬ ਤੋਂ ਇਸ ਮੁਲਕ ਨੂੰ ਬਚਾਉਣਾ ਹੈ, ਬੀਜੇਪੀ ਤੋਂ ਇਸ ਮੁਲਕ ਨੂੰ ਬਚਾਉਣਾ ਹੈ, ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣਾ ਪਏਗਾ। ਵੱਖ-ਵੱਖ ਪਾਰਟੀਆਂ ਨੂੰ ਉਸ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ, ਉਸ ਏਜੰਡੇ ਦੇ ਉੱਤੇ ਤੁਹਾਨੂੰ ਇਕੱਠਾ ਹੋਣਾ ਪਏਗਾ। ਔਰ ਉਹਦੇ ਵਿੱਚ ਤੁਹਾਨੂੰ ਜੇ ਮਾੜੀਆਂ ਮੋਟੀਆਂ ਸੀਟਾਂ ਦੀ ਇੱਧਰ ਉੱਧਰ ਹੁੰਦੀ ਹੈ, ਜੇ ਸੀਟਾਂ ਦੀ ਕੋਈ ਮਾੜੀ ਮੋਟੀ ਬਲੀ ਦੇਣੀ ਵੀ ਪੈਂਦੀ ਹੈ, ਤਾਂ ਵੀ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਦੇ ਦੇਣੀ ਚਾਹੀਦੀ ਹੈ। ਸੋ ਇਸ ਕਰਕੇ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ
ਕਿ ਮਮਤਾ ਜੀ ਸੋਨੀਆ ਜੀ ਨਾਲ ਮਿਲ ਕੇ ਜੋ ਵੀ ਸੀਟਾਂ ਦੀ ਵੰਡ ਹੋਏਗੀ ਜਾਂ ਜੋ ਪ੍ਰੋਗਰਾਮ ਉਹ ਬਣਾਉਣਗੇ ਤਾਂ ਉਹਦੇ ਨਾਲ ਬਾਕੀ ਪਾਰਟੀਆਂ ਜਿਹੜੀਆਂ ਨੇ, ਛੋਟੀਆਂ ਪਾਰਟੀਆਂ ਖਾਸ ਤੌਰ ਤੇ ਰੀਜਨਲ ਪਾਰਟੀਆਂ ਨੇ ਵੱਖ-ਵੱਖ ਸਟੇਟਾਂ ਦੀਆਂ, ਜੇਕਰ ਉਹ ਨਾਲ ਲੱਗਦੀਆਂ ਨੇ ਤਾਂ ਇੱਕ ਬਹੁਤ ਵੱਡੀ ਟੱਕਰ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਨੂੰ ਦਿੱਤੀ ਜਾ ਸਕਦੀ ਹੈ। ਸੋ ਇਹਦੀਆਂ ਸੰਭਾਵਨਾਵਾਂ ਹੋਣੀਆਂ ਚਾਹੀਦੀਆਂ ਨੇ। ਜਿੰਨਾ ਛੇਤੀ ਹੋ ਜਾਏਗਾ ਉਹਦੇ ਨਾਲ ਕਿਸਾਨ ਮੋਰਚੇ ਦੇ ਉੱਤੇ ਵੀ ਬਹੁਤ ਫਰਕ ਪਏਗਾ, ਔਰ ਖਾਸ ਤੌਰ ਤੇ ਬੀਜੇਪੀ ਜਿਹੜੀ ਆਪਣੇ ਆਪ ਨੂੰ ਇਹ ਕਹਿੰਦੀ ਹੈ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਹਾਂ, ਸੋ ਉਸ ਨੂੰ ਟੱਕਰ ਦੇਣ ਦੇ ਲਈ ਮੈਨੂੰ ਲੱਗਦਾ ਹੈ ਕਿ ਸਭ ਦਾ ਇਕੱਠੇ ਹੋਣਾ ਜ਼ਰੂਰੀ ਹੈ। ਸੋ ਵਧੀਆ ਗੱਲ ਹੈ, ਮਮਤਾ ਜੀ ਆਏ ਨੇ ਔਰ ਦਿੱਲੀ ਦੇ ਵਿੱਚ ਉਹਨਾਂ ਨੂੰ ਫਿਕਰ ਹੈ ਕਿ ਅਸੀਂ ਇਕੱਠੇ ਹੋਣਾ ਹੈ ਔਰ ਬੀਜੇਪੀ ਨੂੰ ਟੱਕਰ ਦੇ ਕੇ ਅਸੀਂ ਉਹਨੂੰ ਹਰਾਉਣਾ ਹੈ ਔਰ 24 ਦੇ ਵਿੱਚ ਇੱਕ ਨਵੀਂ ਸਰਕਾਰ, ਤੀਜਾ ਫਰੰਟ ਆਪਾਂ ਜਿਹਨੂੰ ਕਹਿ ਸਕਦੇ ਹਾਂ, ਸਭ ਦੀ ਸਾਂਝੀ ਪਾਰਟੀਆਂ ਦੀ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਨੇ। ਇਸ ਕਰਕੇ ਇੱਕ ਚੰਗਾ ਸ਼ੁਭ ਸ਼ਗਨ ਮੈਂ ਕਹਿ ਸਕਦਾ ਕਿ ਇਹ ਭਾਰਤੀ ਰਾਜਨੀਤੀ ਦੇ ਵਿੱਚ ਇੱਕ ਚੰਗਾ ਸ਼ਗਨ ਇਹਨੂੰ ਆਪਾਂ ਮੰਨ ਸਕਦੇ ਹਾਂ। ਸੁਖਵਿੰਦਰ ਜੀ। ਜੀ ਡਾਕਟਰ ਸਾਹਿਬ, ਪਰ ਇਹਦੇ ਵਿਚਾਲੇ ਕੀ ਰਾਹੁਲ ਗਾਂਧੀ ਨੂੰ ਛੱਡ ਕੇ ਮਮਤਾ ਬੈਨਰਜੀ ਨੂੰ ਲੀਡਰ ਮੰਨਿਆ ਜਾ ਸਕਦਾ, ਜਾਂ ਫਿਰ ਸ਼ਰਦ ਪਵਾਰ ਉੱਤੇ ਵੀ ਨਜ਼ਰਾਂ ਟਿਕ ਰਹੀਆਂ ਨੇ ਕਿ ਉਹ ਅਗਵਾਈ ਕਰ ਸਕਦੇ ਨੇ, ਪਰ ਕਾਂਗਰਸ ਨੂੰ ਕਿਸ ਹੱਦ ਤੱਕ ਇਹ ਕਬੂਲ ਹੋਏਗਾ? ਸੁਖਵਿੰਦਰ ਜੀ ਦੇਖੋ, ਜਿਹੜੀ ਇਸ ਵੇਲੇ ਦੀ ਕਾਂਗਰਸ ਹੈ, ਆਪਾਂ ਜਿਵੇਂ ਮੈਂ ਪਹਿਲਾਂ ਵੀ ਇਸ਼ਾਰਾ ਕੀਤਾ ਹੈ ਕਿ ਪਿਛਲੇ ਵਾਰੀ ਵੀ ਉਹਨਾਂ ਦੀ ਕੀ ਸਮੱਸਿਆ ਸੀ ਕਾਂਗਰਸ ਦੀ। ਕਾਂਗਰਸ ਨੂੰ ਲੱਗਦਾ ਸੀਗਾ ਕਿ ਅਸੀਂ ਆਪਣੇ ਬਲਬੂਤੇ ਦੇ ਉੱਤੇ ਜਿੱਤ ਸਕਦਾਂਗੇ, ਜਿੱਤ ਪ੍ਰਾਪਤ ਕਰਾਂਗੇ, ਪਰ ਹੋਇਆ ਕੀ ਬਿਲਕੁਲ ਉਲਟ। ਉਹ ਆਪਾਂ ਨੂੰ ਵੀ ਪਤਾ ਹੈ ਕਿ ਉਹਨਾਂ 100 ਤੱਕ ਨਹੀਂ ਸੀਟਾਂ ਪਹੁੰਚ ਸਕੀਆਂ। ਪਰ ਐਤਕੀ ਜੇਕਰ ਉਹ ਅੜੀ ਕਰਨਗੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਖਾਸ ਤੌਰ ਤੇ ਰਾਹੁਲ ਜੀ ਨੂੰ ਅੱਗੇ ਲਿਆ ਕੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜਿੱਤ ਜਾਾਂਗੇ ਔਰ ਇੱਥੇ ਅਸੀਂ ਆਪਣੀ ਸੱਤਾ ਕਾਇਮ ਕਰ ਲਾਂਗੇ, ਇਹ ਹਜੇ ਸੰਭਾਵਨਾਵਾਂ ਨਹੀਂ ਹੈਗੀਆਂ। ਹਜੇ ਉਸ ਗੱਲ ਤੋਂ ਬਹੁਤ ਦੂਰ ਨੇ। ਹਜੇ ਕਾਂਗਰਸ ਨੂੰ ਸਮਝੌਤੇ ਕਰਨੇ ਪੈਣਗੇ, ਵੱਖ-ਵੱਖ ਰੀਜਨਲ ਪਾਰਟੀਆਂ ਨੂੰ ਨਾਲ ਜੋੜਨਾ ਪਏਗਾ, ਤਾਂ ਹੀ ਜਿਹੜੀ ਹੈਗੀ ਹੈ ਗੱਲ ਬਣੇਗੀ। ਜੇਕਰ ਫੇਰ ਉਹ ਅੜੀ ਕਰਨਗੇ ਪਿਛਲੇ ਵਾਰ ਵਾਂਗੂ ਕਿ ਉਹਨਾਂ ਨੂੰ ਲੱਗਦਾ ਹੈ ਕਿ ਰਾਹੁਲ ਜੀ ਨੂੰ ਅਸੀਂ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਪੇਸ਼ ਕਰਾਂਗੇ, ਇਹ ਹਜੇ ਉਹ ਸਮਾਂ ਨਹੀਂ ਆਇਆ। ਹਾਂ, ਕੱਲ ਨੂੰ ਤੁਸੀਂ ਦੇਖੋਗੇ ਕਿ ਮੰਨ ਲਓ ਪੰਜਾਬ ਦੇ ਵਿੱਚ ਉਹ ਕੋਈ ਵਧੀਆ ਕੋਈ ਕਾਰਗੁਜ਼ਾਰੀ ਕਰਦੇ ਹੈ, ਜਾਂ ਇੱਥੋਂ ਤੱਕ ਕਿ ਤੁਸੀਂ ਦੇਖੋਗੇ ਰਾਜਸਥਾਨ ਦੇ ਵਿੱਚ ਵੀ ਜਿਹੜਾ ਕਿਵੇਂ ਉੱਥੇ ਦੁਫਾੜ ਹੋਈ ਪਈ ਹੈ ਕਾਂਗਰਸ, ਔਰ ਉੱਥੇ ਵੀ ਜਿਹੜਾ ਹੈਗਾ ਬਹੁਤ ਜਿਹੜਾ ਹੈਗਾ ਕਾਟੋ ਕਲੇਸ਼ ਚੱਲ ਰਿਹਾ ਹੈ। ਇਸੇ ਤਰ੍ਹਾਂ ਤੁਸੀਂ ਹਰਿਆਣੇ ਦੇ ਵਿੱਚ ਦੇਖੋਗੇ ਕਿ ਹਰਿਆਣੇ ਦੀ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਵੀ ਕਈ ਗਰੁੱਪ ਜਿਹੜੇ ਨੇ, ਖਾਸ ਤੌਰ ਤੇ ਸ਼ੈਲਜਾ ਜੀ ਦਾ ਗਰੁੱਪ ਹੈ, ਇੱਕ ਪਾਸੇ ਹੁੱਡਾ ਜੀ ਦਾ ਗਰੁੱਪ ਹੈ, ਇਸੇ ਤਰ੍ਹਾਂ ਅਸਾਮ, ਕੇਰਲਾ, ਵੱਖ-ਵੱਖ ਸਟੇਟਾਂ ਦੇ ਵਿੱਚ ਦੇਖੋਗੇ ਕਿ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਕਾਂਗਰਸ ਦੀ ਪ੍ਰੋਬਲਮ ਹੈ। ਸੋ ਇਸ ਕਰਕੇ ਉੱਥੋਂ ਜਿੱਤਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ। ਸੋ ਮੇਰਾ ਇਹ ਮੰਨਣਾ ਹੈ ਕਿ ਜੇਕਰ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਕਾਂਗਰਸ ਉਹਨਾਂ ਦੇ ਨਾਲ ਸਮਝੌਤਾ ਕਰਦੀ ਹੈ, ਇਹ ਕਾਂਗਰਸ ਨੂੰ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਅੱਜ ਸਾਡੀ ਪੋਜੀਸ਼ਨ ਉਹ ਨਹੀਂ ਹੈ ਜਿਹੜੀ ਅੱਜ ਤੋਂ 15 ਸਾਲ ਪਹਿਲਾਂ ਪੋਜੀਸ਼ਨ ਸੀਗੀ। ਇਸ ਵੇਲੇ ਬਿਲਕੁਲ ਵੱਖਰੀ ਪੋਜੀਸ਼ਨ ਹੈ। ਇਸ ਵੇਲੇ ਤੁਸੀਂ ਦੇਖੋਗੇ G23 ਜਿਹੜੇ ਨੇ, ਇਹਨਾਂ ਦੇ ਵੱਖਰੇ ਲੀਡਰ, ਉਹ ਵੱਖਰੀ ਆਪਣਾ ਰਾਗ ਲਾਪ ਰਹੇ ਨੇ। ਉਹ ਕਹਿੰਦੇ ਨੇ ਕਿ ਸਾਡੇ ਵਿੱਚੋਂ ਸਾਨੂੰ ਅੱਗੇ ਲੈ ਕੇ ਆਓ। ਸੋ ਇਸੇ ਤਰ੍ਹਾਂ ਇੱਕ ਪਾਸੇ ਗਾਂਧੀ ਪਰਿਵਾਰ ਹੈ, ਉਹ ਕਹਿੰਦੇ ਕਿ ਅਸੀਂ ਪ੍ਰਧਾਨ ਬਣਾਂਗੇ। ਮਤਲਬ ਉਸ ਕਸ਼ਮਕਸ਼ ਦੇ ਵਿੱਚ ਹਜੇ ਤੱਕ ਤੁਸੀਂ ਦੇਖੋਗੇ ਕਿ ਇਹਨਾਂ ਦੀ ਜਿਹੜੀ ਪ੍ਰਧਾਨਗੀ ਦੀ ਵੋਟਿੰਗ ਹੋਣੀ ਸੀਗੀ ਉਹ ਵੀ ਅੱਗੇ ਪਾਈ ਜਾ ਰਹੀ ਹੈ, ਪੋਸਟਪੋਨ ਉਸ ਨੂੰ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਅਜੇ ਲੋਕ ਜਿਹੜੇ ਨੇ ਕਾਂਗਰਸ ਦੇ ਆਪਸ ਦੇ ਵਿੱਚ ਫਟੇ ਹੋਏ ਨੇ, ਅਜੇ ਕੋਈ ਚੰਗਾ ਸਮਾਂ ਨਹੀਂ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਉਹ ਹਜੇ ਤੱਕ ਪ੍ਰਧਾਨਗੀ ਦਾ ਫੈਸਲਾ ਨਹੀਂ ਹੋ ਰਿਹਾ, ਤਾਂ ਉਹ ਮੁੱਖ ਮੰਤਰੀ ਜਾਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਪੇਸ਼ ਕਰਨ ਦੇ ਵਿੱਚ ਹਜੇ ਬਹੁਤ ਸਮਾਂ ਲੱਗੇਗਾ। ਬਹੁਤ ਮਿਹਨਤ ਇਹਨਾਂ ਨੂੰ ਕਰਨੀ ਪਏਗੀ। ਵੱਖ-ਵੱਖ ਸਟੇਟਾਂ ਦੀਆਂ ਹਜੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਪਹਿਲਾਂ ਤਾਂ ਹੱਲ ਕਰਨਾ ਪਏਗਾ, ਫਿਰ ਕਿਤੇ ਜਾ ਕੇ ਜਿਹੜੀ ਨੈਸ਼ਨਲ ਲੈਵਲ ਦੀ ਪੋਲਿਟਿਕਸ ਹੈ ਕਾਂਗਰਸ ਦੀ, ਉਹ ਸਾਹਮਣੇ ਆਏਗੀ। ਪਰ ਉਨੀ ਦੇਰ ਜਿੰਨੀ ਦੇਰ ਇਹ ਗੱਲਾਂ ਨਹੀਂ ਹੁੰਦੀਆਂ, ਉਨੀ ਦੇਰ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੂੰ ਛੋਟੀਆਂ ਪਾਰਟੀਆਂ ਦੇ ਨਾਲ, ਰੀਜਨਲ ਪਾਰਟੀਆਂ ਦੇ ਨਾਲ ਮਿਲ ਕੇ ਉਹਨਾਂ, ਜੇ ਅੱਜ ਮਮਤਾ ਜੀ ਅੱਗੇ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਮਮਤਾ ਜੀ ਨੂੰ ਅੱਗੇ ਕਰਨਾ ਚਾਹੀਦਾ ਹੈ। ਜੇ ਸ਼ਰਦ ਪਵਾਰ ਜੀ ਅੱਗੇ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਤਾਂ ਹੀ ਜਾ ਕੇ ਹੈਗਾ, ਆਪਾਂ ਕਹਿੰਦੇ ਨੇ ਬੂੰਦ ਬੂੰਦ ਨਾਲ ਘੜਾ ਭਰਦਾ ਹੈ। ਸੋ ਛੋਟੀਆਂ-ਛੋਟੀਆਂ ਪਾਰਟੀਆਂ ਦੇ ਨਾਲ ਮਿਲ ਕੇ ਇੱਕ ਵੱਡਾ ਗਰੁੱਪ ਬਣ ਸਕਦਾ ਹੈ, ਤਾਂ ਹੀ ਤੁਸੀਂ ਟੱਕਰ ਦੇ ਸਕਦੇ ਹੋ। ਜੇਕਰ ਨਹੀਂ ਦੋਗੇ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਬਹੁਤ ਨੁਕਸਾਨ ਹੋਏਗਾ, ਆਪਣੇ ਮੁਲਕ ਦਾ ਵੀ ਹੋਏਗਾ ਔਰ ਇਹਨਾਂ ਪਾਰਟੀਆਂ ਦਾ ਵੀ ਹੋਏਗਾ। ਇਹਦਾ ਫਾਇਦਾ ਬੀਜੇਪੀ ਨੂੰ ਹੋ ਸਕਦਾ ਹੈ। ਬੀਜੇਪੀ ਦੁਬਾਰਾ ਜਿਹੜੀ ਹੈਗੀ ਹੈ 24 ਦੇ ਵਿੱਚ, ਜੇਕਰ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਦੁਬਾਰਾ ਜਿਹੜੀ ਹੈਗੀ ਫੇਰ ਕਬਜ਼ਾ ਕਰ ਸਕਦੀ ਹੈ ਲੋਕ ਸਭਾ ਦੇ ਉੱਤੇ। ਸੋ ਇਸ ਕਰਕੇ ਉਸ ਨੂੰ ਰੋਕਣ ਦੇ ਲਈ ਮੈਨੂੰ ਲੱਗਦਾ ਕਿ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਵੱਖ-ਵੱਖ ਪਾਰਟੀਆਂ ਦਾ। ਸੁਖਿੰਦਰ ਜੀ।
ਜੀ, ਬਿਲਕੁਲ, ਬਿਲकुल। ਉਧਰ ਡਾਕਟਰ ਸਾਹਿਬ ਜਦੋਂ ਲੋਕ ਸਭਾ ਤੇ ਰਾਜ ਸਭਾ 'ਚ ਆਪਾਂ ਦੇਖਦੇ ਹਾਂ, ਉਧਰ ਕਾਫੀ ਕਿਸਾਨੀ ਅੰਦੋਲਨ ਦੀ ਗੂੰਜ ਜਾਂ ਪੈਗਾਸਸ ਦੀ ਗੂੰਜ ਜਿਹੜੀ ਉਹ ਪੈ ਰਹੀ ਆ। ਸਰਕਾਰ ਕਹਿੰਦੀ ਹੈ ਕਿ ਇੱਕ ਵਾਰੀ ਤੁਸੀਂ ਸਾਨੂੰ ਸੁਣ ਲਓ, ਸੰਸਦ ਦੇ ਵਿੱਚ ਅਸੀਂ ਆਪਣਾ ਪੱਖ ਰੱਖਦੇ ਹਾਂ ਕਿਸਾਨੀ ਮੁੱਦਿਆਂ ਦੇ ਉੱਤੇ, ਪੈਗਾਸਸ ਦੇ ਉੱਤੇ ਰੌਲਾ ਰੱਪਾ ਪਾਉਣ ਦੇ ਨਾਲ ਉਹ ਕਹਿੰਦੇ ਵੀ ਇਸ ਤਰ੍ਹਾਂ ਸਦਨ ਦੀ ਤੋਹੀਨ ਹੁੰਦੀ ਆ। ਇਹਨੂੰ ਸਾਰਿਆਂ ਨੂੰ ਕਿੱਦਾਂ ਦੇਖਦੇ ਹੋ? ਸੁਖਵਿੰਦਰ ਜੀ, ਤੋਹੀਨ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਹੀ ਮੁਲਕ ਦੇ ਲੋਕਾਂ ਦੇ ਖਿਲਾਫ ਕਾਲੇ ਕਾਨੂੰਨ ਲੈ ਕੇ ਆਉਣੇ ਹੋ, ਉਹ ਤੋਹੀਨ ਹੈ। ਜਦੋਂ ਤੁਸੀਂ ਤੁਹਾਡੇ ਮੁਲਕ ਦੇ ਲੋਕ, ਤੁਹਾਡੇ ਮੁਲਕ ਦੇ ਕਿਸਾਨ ਤਾਂ ਇਹ ਕਹਿ ਰਹੇ ਨੇ ਕਿ ਸਾਨੂੰ ਇਹ ਕਾਲੇ ਕਾਨੂੰਨ ਨਹੀਂ ਚਾਹੀਦੇ, ਤੁਸੀਂ ਉਹਨਾਂ ਦੇ ਉੱਤੇ ਧੱਕੇ ਨਾਲ ਥੋਪ ਰਹੇ ਹੋ ਕਿ ਤੁਹਾਨੂੰ ਤਾਂ ਅਸੀਂ ਇਹ ਕਾਨੂੰਨ ਦੇਣੇ ਹੀ ਦੇਣੇ ਨੇ, ਉਹ ਤੋਹੀਨ ਹੈ ਅਸਲ। ਉਹ ਲੋਕਾਂ ਦੀ ਤੋਹੀਨ ਹੈ। ਲੋਕਤੰਤਰ ਕਾਹਦੇ ਲਈ ਹੁੰਦਾ ਹੈ? ਲੋਕਤੰਤਰ ਹੁੰਦਾ ਮਤਲਬ ਲੋਕਾਂ ਦਾ ਰਾਜ। ਜੇ ਲੋਕਾਂ ਦੇ ਰਾਜ ਦੇ ਵਿੱਚ ਲੋਕਾਂ ਦੀ ਨਹੀਂ ਸੁਣੀ ਜਾ ਰਹੀ ਔਰ ਤੁਹਾਡੇ ਰਾਜ ਦੇ ਵਿੱਚ ਅੰਨਦਾਤਾ ਦੀ ਨਹੀਂ ਸੁਣੀ ਜਾ ਰਹੀ, ਤਾਂ ਤੋਹੀਨ ਤਾਂ ਲੋਕਤੰਤਰ ਦੀ ਉੱਥੇ ਹੋ ਰਹੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸੈਂਟਰ ਗਵਰਨਮੈਂਟ ਨੂੰ ਇਹ ਜਾਂ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੋਕਾਂ ਦੀ ਸਰਕਾਰ ਹੈ, ਕੋਈ ਤਾਨਾਸ਼ਾਹੀ ਸਰਕਾਰ ਨਹੀਂ ਹੈ ਕਿ ਅਸੀਂ ਤਾਂ ਸੁਣਾਂਗੇ ਨਹੀਂ। ਅੱਜ ਮਤਲਬ ਘੱਟੋ ਘੱਟ 8 ਮਹੀਨੇ ਹੋ ਚੁੱਕੇ ਨੇ ਕਿਸਾਨਾਂ ਨੂੰ ਬੈਠਿਆਂ, ਉਸ ਤੋਂ ਵੱਧ ਹੋ ਚੁੱਕੇ ਨੇ, 500 ਤੋਂ ਉੱਪਰ ਕਿਸਾਨ ਸ਼ਹੀਦ ਹੋ ਚੁੱਕੇ ਨੇ। ਜੇਕਰ ਆਪਣੇ ਮੁਲਕ ਦੇ ਵਿੱਚ ਕਿਸਾਨਾਂ ਦੀ ਨਹੀਂ ਸੁਣੀ ਜਾ ਰਹੀ ਔਰ ਉਹ ਜਿਹੜੇ ਲੋਕ ਸ਼ਹੀਦ ਹੋ ਰਹੇ ਨੇ, ਕਿਵੇਂ ਕਿਸ ਤਰ੍ਹਾਂ ਉੱਥੇ ਬੈਠੇ ਨੇ, ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਨੇ, ਹਰ ਕੋਈ ਉੱਥੇ ਲੱਗਿਆ ਹੋਇਆ ਹੈ, ਜੇਕਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਏਗੀ ਤਾਂ ਇਹ ਕਿਸ ਕਿਸਮ ਦਾ ਲੋਕਤੰਤਰ ਅਸੀਂ ਕਹਿ ਸਕਦੇ ਹਾਂ? ਇਹ ਇੱਕ ਡੈਮੋਕ੍ਰੇਸੀ ਨਹੀਂ ਹੈ, ਇਹ ਇੱਕ ਤਾਨਾਸ਼ਾਹੀ ਹੈ, ਡਿਕਟੇਟਰਸ਼ਿਪ ਹੈ। ਜਿਸ ਡਿਕਟੇਟਰਸ਼ਿਪ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਕਿਸੇ ਵੇਲੇ ਆਪਾਂ ਨੂੰ ਵੀ ਪਤਾ ਹੈ ਕਿ 1975 ਦੇ ਵਿੱਚ ਉਹ ਜਿਹੜੀ ਐਮਰਜੈਂਸੀ ਲਾਈ ਸੀ ਇੰਦਰਾ ਜੀ ਨੇ, ਔਰ ਉਹਦਾ ਹਾਲ ਕੀ ਹੋਇਆ ਸੀਗਾ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹਦਾ ਵਿਰੋਧ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਹੋਇਆ ਸੀਗਾ। ਇਸ ਵੇਲੇ ਕਾਲੇ ਕਾਨੂੰਨਾਂ ਦਾ ਵਿਰੋਧ ਵੀ ਤੁਸੀਂ ਦੇਖੋਗੇ ਕਿ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ। ਸੋ ਉਸ ਚੀਜ਼ ਤੋਂ ਸਿੱਖ ਕੇ ਜੇਕਰ ਉਸ ਵੇਲੇ ਇੰਦਰਾ ਗਾਂਧੀ ਨੂੰ ਲੋਕਾਂ ਨੇ ਸਬਕ ਸਿਖਾਇਆ ਸੀਗਾ, ਤਾਂ ਲਾਜ਼ਮੀ ਤੌਰ ਤੇ ਇਹ ਜਿਹੜੇ 3 ਕਾਲੇ ਕਾਨੂੰਨ ਨੇ, ਇਹਨਾਂ ਦਾ ਵੀ ਜਿਹੜੇ ਲੋਕ ਇਸ ਵੇਲੇ ਦੁਖੀ ਹੋਏ ਬੈਠੇ ਨੇ, ਤਾਂ ਇਹਦਾ ਵੀ ਲੋਕਾਂ ਨੇ ਸਬਕ ਸਿਖਾਉਣਾ ਹੀ ਸਿਖਾਉਣਾ। 24 ਦੇ ਵਿੱਚ ਵੀ ਚੋਣਾਂ ਹੋਣੀਆਂ ਨੇ, ਆਪਾਂ ਪਹਿਲਾਂ ਗੱਲ ਕਰਕੇ ਹਟਿਆ, 22 ਦੇ ਵਿੱਚ ਵੀ ਚੋਣਾਂ ਹੋਣੀਆਂ ਨੇ। ਤੁਸੀਂ ਦੇਖਿਆ ਹੋਵੇਗਾ ਕਿ ਬੀਜੇਪੀ ਦਾ ਜਿਹੜਾ ਕਾਂਗਰਸ ਦਾ ਆਪਾਂ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ, ਬੀਜੇਪੀ ਦੀ ਹਾਲਤ ਤਾਂ ਬਿਲਕੁਲ ਪਤਲੀ ਹੋ ਚੁੱਕੀ ਹੈ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਉੱਤਰਾਖੰਡ ਦੇ ਵਿੱਚ ਇਸ ਵੇਲੇ ਜਿਹੜਾ ਹੈਗਾ ਬਾਰ-ਬਾਰ ਮੁੱਖ ਮੰਤਰੀ ਉੱਥੇ ਬਦਲੇ ਜਾ ਰਹੇ ਨੇ, ਔਰ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਯੂਪੀ ਦੇ ਵਿੱਚ, ਕਿਉਂਕਿ ਯੂਪੀ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਕਿਸਾਨਾਂ ਦਾ ਬੋਲਬਾਲਾ ਹੈ। ਸੋ ਉੱਥੇ ਵੀ ਚੋਣਾਂ ਹੋਣੀਆਂ ਨੇ, ਉੱਥੇ ਵੀ ਆਪਾਂ ਨੂੰ ਪਤਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਬੀਜੇਪੀ ਹਾਰ ਸਕਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਆਵਾਜ਼ ਨੂੰ ਸੁਣਨਾ ਚਾਹੀਦਾ ਹੈ, ਔਰ ਜੇਕਰ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਉੱਥੇ ਚੁਣ ਕੇ ਪਹੁੰਚਾਇਆ, ਤਾਂ ਉਹਨਾਂ ਦਾ ਇੱਕ ਮੁਕੱਦਸ ਫਰਜ਼ ਵੀ ਬਣਦਾ ਹੈ ਕਿ ਉਹ ਲੋਕਾਂ ਦੀ ਆਵਾਜ਼ ਨੂੰ ਸੁਣਨ, ਕਿਸਾਨਾਂ ਦੀ, ਅੰਨਦਾਤੇ ਦੀ ਆਵਾਜ਼ ਨੂੰ ਸੁਣਨ। ਸੋ ਜੇਕਰ ਉਹ ਕੰਨਾਂ 'ਚ ਮਤਲਬ ਆਪਣੇ ਉਂਗਲੀਆਂ ਦੇ ਕੇ ਕੋਈ ਆਵਾਜ਼ ਉਹਨਾਂ ਨੂੰ ਸੁਣਾਈ ਨਹੀਂ ਦੇ ਰਹੀ, ਤਾਂ ਲਾਜ਼ਮੀ ਤੌਰ ਤੇ ਇਹਦਾ ਮਤਲਬ ਇਹੀ ਹੈ ਕਿ ਇੱਕ ਤਾਨਾਸ਼ਾਹੀ ਰਵੱਈਏ ਦੇ ਨਾਲ ਉਹ ਪੇਸ਼ ਹੋਣਾ ਚਾਹੁੰਦੇ ਨੇ ਔਰ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ, ਬੰਦ ਕਰਨਾ ਚਾਹੁੰਦੇ ਨੇ। ਜਿਹੜੀਆਂ ਗੱਲਾਂ ਉਹਨਾਂ ਨੇ ਸੰਵਾਦ 11 ਵਾਰੀ ਰਚਾਇਆ ਸੀ ਕਿਸਾਨਾਂ ਦੇ ਨਾਲ, ਉਹ ਸੰਵਾਦ ਉਹ ਕਿਉਂ ਨਹੀਂ ਰਚਾਉਣਾ ਚਾਹੁੰਦੇ, ਅੱਗੇ ਉਸ ਗੱਲਬਾਤ ਨੂੰ ਕਿਉਂ ਨਹੀਂ ਕਰਨਾ ਚਾਹੁੰਦੇ? ਇਹ ਮੈਨੂੰ ਲੱਗਦਾ ਹੈ ਕਿ ਇੱਕ ਕਿਸਮ ਦਾ ਤਾਨਾਸ਼ਾਹੀ ਰਵੱਈਆ ਹੈ ਸੈਂਟਰ ਗਵਰਨਮੈਂਟ ਦਾ। ਸੋ ਇਸ ਕਰਕੇ ਜਿਹੜੀ ਵੀ ਵਿਪ ਕਿਸਾਨਾਂ ਦੇ ਲਈ ਕਿਸਾਨਾਂ ਨੇ ਜਾਰੀ ਕੀਤੀ ਹੋਈ ਹੈ, ਉਸ ਵਿਪ ਦੇ ਰਾਹੀਂ ਆਪਾਂ ਦੇਖਿਆ ਹੈ ਕਿ ਵੱਖ-ਵੱਖ ਜਿਹੜੀਆਂ ਵਿਰੋਧੀ ਧਿਰਾਂ ਦੇ ਜਿਹੜੇ MP ਸਾਹਿਬਾਨ ਨੇ, ਉਹ ਆਪਣੀਆਂ ਕਾਰਵਾਈਆਂ ਕਰ ਰਹੇ ਨੇ। ਉਹ ਵੀ ਲੋਕਾਂ ਦੇ ਚੁਣੇ ਹੋਏ ਨੇ, ਔਰ ਉਹ ਵੀ ਜੇਕਰ ਉਹ ਕਹਿ ਰਹੇ ਨੇ ਕਿ ਭਾਈ ਇਹਨਾਂ ਕਿਸਾਨਾਂ ਦੀ ਗੱਲ ਸੁਣੋ, ਇਹਨਾਂ ਨਾਲ ਗੱਲਬਾਤ ਕਰੋ, ਤਾਂ ਮੈਨੂੰ ਲੱਗਦਾ ਹੈ ਕਿ ਇਹ ਬਜਾਏ ਉੱਥੇ ਪਾਰਲੀਮੈਂਟ ਦੇ ਵਿੱਚ ਕੋਈ ਜਵਾਬ ਦੇਣ ਦੇ, ਇਹਨਾਂ ਨੂੰ ਇਹ ਹੋਣਾ ਚਾਹੀਦਾ ਕਿ ਅਸੀਂ ਕਿਸਾਨਾਂ ਦੇ ਲਈ ਗੱਲਬਾਤ ਕਰਨਾ ਚਾਹੁੰਦੇ ਹਾਂ, ਕਿਸਾਨਾਂ ਨਾਲ ਬੈਠਣਾ ਚਾਹੁੰਦੇ ਹਾਂ, ਬਜਾਏ ਉੱਥੇ ਜਵਾਬ ਨਹੀਂ। ਜਵਾਬ ਕੀ ਹੈ? ਜਵਾਬ ਤਾਂ ਇਹੀ ਹੈ ਕਿ ਉਹਨਾਂ ਦਾ ਮੰਨਣਾ ਇਹ ਹੈ ਕਿ ਅਸੀਂ ਇਹ ਜਿਹੜੇ ਕਾਲੇ ਕਾਨੂੰਨ ਨੇ, ਇਹ ਬੜੇ ਫਾਇਦੇਮੰਦ ਨੇ। ਉਹੀ ਕਹਿਣਗੇ ਨਾ ਕਿ ਇਹ ਕਿਸਾਨ ਚਾਹੁੰਦੇ ਨੇ ਕਿ ਜੇ ਫਾਇਦੇਮੰਦ ਨੇ ਤਾਂ ਸਾਨੂੰ ਫਾਇਦੇ ਗਿਣਾਓ, ਕਿਹੜੇ ਨੇ? ਜੋ ਫਾਇਦੇ ਗਿਣਾਉਣ, ਜ਼ਿਆਦਾ ਫਾਇਦੇ ਦੱਸਣ, ਲੋਕਾਂ ਦੇ ਸਾਹਮਣੇ ਰੱਖਣ, ਉਹ ਸੰਵਾਦ ਦੇ ਰਾਹੀਂ ਦੱਸ ਸਕਦੇ ਨੇ, ਡਾਇਲੌਗ ਸ਼ੁਰੂ ਕਰਨ। ਔਰ ਕਿਸਾਨਾਂ ਦੇ ਨਾਲ ਜਿਹੜੀ ਹੈਗੀ ਗੱਲਬਾਤ ਜਿੰਨੀ ਦੇਰ ਨਹੀਂ ਹੋਏਗੀ, ਉਨੀ ਦੇਰ ਇਹ ਮੈਨੂੰ ਲੱਗਦਾ ਹੈ ਕਿ ਡੈਮੋਕ੍ਰੇਸੀ ਦਾ ਕੋਈ ਫਾਇਦਾ ਨਹੀਂ ਹੈ। ਔਰ ਦੂਜੇ ਪਾਸੇ ਆਪਾਂ ਨੇ ਇਹ ਵੀ ਦੇਖਿਆ ਹੈ ਕਿ ਪੈਰਲਲ ਇੱਕ ਨਵੀਂ ਕਿਸਾਨਾਂ ਦੀ ਜਿਹੜੀ ਪਾਰਲੀਮੈਂਟ ਚੱਲ ਰਹੀ ਹੈ, ਉਹਦੇ ਵਿੱਚ ਸਾਰਾ ਕੁਝ ਦੱਸਿਆ ਜਾ ਰਿਹਾ ਹੈ। ਇਹਨਾਂ ਕਾਨੂੰਨਾਂ ਬਾਰੇ ਕੱਲੀ ਗੱਲ ਜਿਹੜੀ ਹੈਗੀ ਹੈ ਲੋਕਾਂ ਦੇ ਸਾਹਮਣੇ, ਮੀਡੀਆ ਦੇ ਸਾਹਮਣੇ ਕਲੀਅਰ ਕੀਤੀ ਜਾ ਰਹੀ ਹੈ। ਇਹਦੇ ਬਾਵਜੂਦ ਉਹ ਕਹਿ ਰਹੇ ਨੇ ਕਿ
ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ। ਸੋ ਇਹ ਜਿਹੜਾ ਅੜੀਅਲ ਰਵੱਈਆ ਮੋਦੀ ਸਰਕਾਰ ਦਾ ਖਾਸ ਤੌਰ ਤੇ ਖੇਤੀ ਮੰਤਰੀ ਹੋਰਾਂ ਦਾ ਜਿਹੜਾ ਹੈਗਾ ਅਪਣਾਇਆ ਹੋਇਆ, ਉਹਨਾਂ ਨੇ ਉਸ ਨੂੰ ਛੱਡ ਕੇ ਕਿਸਾਨਾਂ ਦੇ ਨਾਲ ਟੇਬਲ ਦੇ ਉੱਤੇ ਬੈਠਣਾ ਚਾਹੀਦਾ, ਡਾਇਲੋਗ ਕਰਨਾ ਚਾਹੀਦਾ ਔਰ ਜਿੰਨੀ ਛੇਤੀ ਹੋ ਸਕੇ ਇਹਦੇ ਨਾਲ ਬੀਜੇਪੀ ਦਾ ਫਾਇਦਾ ਹੈ। ਇਹਦੇ ਨਾਲ ਤੁਸੀਂ ਦੇਖੋਗੇ ਕਿ ਜੇਕਰ ਅੱਜ ਇਹ ਮਸਲਾ ਹੱਲ ਕਰਦੇ ਨੇ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਦਾ ਜਿਹੜਾ ਗ੍ਰਾਫ ਹੁਣ ਤੱਕ ਗਿਰਿਆ ਹੋਇਆ ਉਹ ਥੋੜਾ ਜਿਹਾ ਉੱਚਾ ਜਾ ਸਕਦਾ ਹੈ। ਉਹਦੇ ਵਿੱਚ 4 ਵੋਟਾਂ ਉਹਨਾਂ ਨੂੰ ਮਿਲ ਸਕਦੀਆਂ ਨੇ। ਜੇਕਰ ਇਹ ਨਹੀਂ ਕਰਦੇ ਤਾਂ ਲਾਜ਼ਮੀ ਤੌਰ ਤੇ ਇਹ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਅਗਲੇ ਚੋਣਾਂ ਹੋਣੀਆਂ ਨੇ ਇਹਦੇ ਵਿੱਚ ਬੀਜੇਪੀ ਦਾ ਸੁਪੜਾ ਸਾਫ਼ ਹੋ ਸਕਦਾ ਹੈ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨਾਂ ਨਾਲ ਗੱਲਬਾਤ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਸੁਖਵਿੰਦਰ ਜੀ। ਬਿਲਕੁਲ ਬਿਲकुल बिल्कुल प्रोफेसर डॉक्टर साहब आखिरी खबर है कि ਇਹਦੇ ਵਿਚਾਲੇ ਜਦੋਂ ਕਿਸਾਨੀ ਦੀ ਗੱਲ ਹੋ ਰਹੀ ਹੈ तमाम ਚਾਰੋਂ ਪਾਸੇ ਸਿੱਧੂ ਸਾਹਿਬ ਨੇ ਕੈਪਟਨ ਸਾਹਿਬ ਨੂੰ ਮਿਲ ਕੇ 5 ਨੁਕਤੇ ਰੱਖੇ, ਉਹਦੇ ਵਿੱਚ ਵੀ ਕਿਸਾਨੀ ਦਾ ਜ਼ਿਕਰ ਹੋਇਆ। ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਕਿ ਹੁਣ ਅਗਲੇ ਸਮੇਂ 'ਚ ਵਿਧਾਨ ਸਭਾ ਦਾ ਸ਼ਾਇਦ ਸੈਸ਼ਨ ਸੱਦ ਲੈਣ ਤੇ ਉਹਦੇ ਵਿੱਚ ਸ਼ਾਇਦ ਇਸ ਉੱਤੇ ਚਰਚਾ ਹੋ ਕੇ ਜਾਂ ਇਹਨੂੰ ਮੁਕੰਮਲ ਤੌਰ ਦੇ ਉੱਤੇ ਰੱਦ ਕੀਤਾ ਜਾਵੇ, ਨਾ ਕਿ ਸੋਧਾਂ ਕੀਤੀਆਂ ਜਾਣ ਜਿਹੜੀਆਂ ਪਹਿਲਾਂ ਕਹੀਆਂ ਜਾ ਰਹੀਆਂ ਸੀ। ਕੀ ਲੱਗਦਾ ਹੈ ਕਿ ਇਹ ਕਾਮਯਾਬ ਹੋ ਸਕਦਾ ਸਿੱਧੂ ਸਾਹਿਬ ਦੇ ਇਹਨਾਂ 5 ਨੁਕਤਿਆਂ ਦੇ ਉੱਤੇ, ਕਿਉਂਕਿ ਪਹਿਲਾਂ ਵੀ ਝੋਲੀਆਂ ਬਹੁਤ ਅੱਡੀਆਂ ਨੇ, ਸਾਰੀ ਪਾਵਰ ਜਿਹੜੀ ਉਹ ਮੁੱਖ ਮੰਤਰੀ ਸਾਹਿਬ ਦੇ ਹੱਥਾਂ ਦੇ ਵਿੱਚ ਹੁੰਦੀ ਹੈ। ਸਿੱਧੂ ਸਾਹਿਬ ਨਾ ਤਾਂ ਸੰਵਿਧਾਨਕ ਅਹੁਦਾ, ਸਿਰਫ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹੈ। ਜੋ ਹਾਈ ਕਮਾਨ ਨੇ ਕਿਹਾ ਜਾਂ ਜੋ ਹਾਈ ਕਮਾਨ ਨਾਲ ਚਰਚਾ ਹੋਈ ਕਿ ਸਰਕਾਰ ਦੁਆਰਾ ਕਿੱਦਾਂ ਲੈ ਕੇ ਆਉਣੀ ਹੈ, ਉਹਨਾਂ ਮੁੱਦਿਆਂ ਨੂੰ ਹੀ ਅੱਗੇ ਵਧਾ ਕੇ ਰੱਖਿਆ ਜਾ ਰਿਹਾ। ਸੁਖਵਿੰਦਰ ਜੀ ਦੇਖੋ, ਚਾਹੇ ਕੁਝ ਵੀ ਹੈ, ਇੱਕ ਪ੍ਰੈਸ਼ਰ ਜ਼ਰੂਰ ਬਿਲਡ ਕੀਤਾ ਜਾ ਰਿਹਾ ਹੈ। ਜਿਵੇਂ ਤੁਸੀਂ ਕਿਹਾ ਕਿ ਮੁੱਖ ਮੰਤਰੀ ਨੇ ਸਾਰਾ ਕੁਝ ਕਰਨਾ ਹੈ, ਕਿਉਂਕਿ ਜੇ ਮੁੱਖ ਮੰਤਰੀ ਨੇ ਕਰਨਾ ਹੈ ਤਾਂ ਜੇਕਰ ਮੁੱਖ ਮੰਤਰੀ ਦੇ ਉੱਤੇ ਪ੍ਰੈਸ਼ਰ ਨਹੀਂ ਬਣੇਗਾ, ਚਾਹੇ ਉਹ ਮੁੱਖ ਮੰਤਰੀ ਕਿਉਂ ਸੁੱਤੇ ਰਹੇ, ਉਹਦਾ ਵੱਡਾ ਕਾਰਨ 4.5 ਸਾਲ ਇਸ ਲਈ ਸੀਗਾ ਕਿਉਂਕਿ ਇਹਨਾਂ ਨੂੰ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਪਹਿਲੇ ਵਾਰੀ 80 ਐਮਐਲਏ ਜਿਹੜੇ ਸੀਗੇ ਇਹਨਾਂ ਨੇ ਜਿੱਤੇ ਸੀ ਕਾਂਗਰਸ ਦੇ। ਜਦੋਂ ਤੁਹਾਡੇ ਕੋਲੇ 80 ਐਮਐਲਏ ਹੋਣ ਤਾਂ ਤੁਹਾਨੂੰ ਇਹਦਾ ਮਤਲਬ ਕੋਈ ਪ੍ਰੈਸ਼ਰ ਹੀ ਨਹੀਂ ਹੈ। ਪ੍ਰੈਸ਼ਰ ਉਦੋਂ ਬਣਦਾ ਜੇ ਤੁਹਾਡੇ ਕੋਲੇ ਬਹੁਤ ਥੋੜੀਆਂ ਜਿਹੜੀਆਂ ਨੇ ਸੀਟਾਂ ਆਈਆਂ ਹੋਣ ਔਰ ਤੁਹਾਡਾ ਐਜ ਤੇ ਸਾਰਾ ਚੀਜ਼ ਹੋਵੇ, ਤੁਹਾਨੂੰ ਇਹ ਲੱਗੇ ਵੀ ਜੇ 2-4 ਐਮਐਲਏ ਇੱਧਰ ਚਲੇ ਗਏ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਸਰਕਾਰ ਗਿਰ ਸਕਦੀ ਹੈ, ਫਿਰ ਤੁਸੀਂ ਕੰਮ ਕਰਦੇ ਹੋ। ਸੋ ਇਹਦਾ ਫਾਇਦਾ ਕਾਂਗਰਸ ਨੂੰ ਹੋਇਆ, ਉਹਦਾ ਫਾਇਦਾ ਮੁੱਖ ਮੰਤਰੀ ਸਾਹਿਬ ਨੇ ਉਠਾਇਆ ਔਰ 4.5 ਸਾਲ ਇਹਨਾਂ ਨੇ ਕੱਖ ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਲੱਗਿਆ ਕਿ ਲੋਕ ਤਾਂ ਇਹਨਾਂ ਨੂੰ ਵੋਟਾਂ ਤੇ ਵੋਟਾਂ ਪਾਈ ਜਾ ਰਹੇ ਨੇ। 80 ਉਦੋਂ ਜਿਤਾਤੇ, ਫਿਰ 8 ਜਿਤਾਤੇ ਲੋਕ ਸਭਾ ਦੇ ਵਿੱਚ। ਸੋ ਇੱਕ ਪਾਸੇ ਤਾਂ ਇਹ ਹਾਲਾਤ ਸੀਗੇ ਔਰ ਇਹਦੇ ਨਤੀਜਾ ਕੀ ਨਿਕਲਿਆ ਕਿ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਅੱਜ ਤੱਕ ਉਹ ਭੁੱਲੇ ਬੈਠੇ ਨੇ। ਚਾਹੇ ਉਹ ਕਿਸਾਨੀ ਦੀ ਗੱਲ ਹੋਵੇ, ਚਾਹੇ ਨੌਜਵਾਨਾਂ ਦੀ ਗੱਲ ਹੋਵੇ, ਚਾਹੇ ਨਸ਼ੇ ਦੀ ਗੱਲ ਹੋਵੇ, ਚਾਹੇ ਨੌਕਰੀਆਂ ਦੀ ਗੱਲ ਹੋਵੇ, ਚਾਹੇ ਬਰਗਾੜੀ ਕਾਂਡ ਦੀ ਗੱਲ ਹੋਵੇ। ਸੋ ਕਹਿਣ ਦਾ ਮਤਲਬ ਹੈ ਕਿ ਸਿੱਧੂ ਸਾਹਿਬ ਨੇ ਜਿਹੜੇ ਕੱਲ 5 ਨੁਕਾਤੀ ਪ੍ਰੋਗਰਾਮ ਇਹਨਾਂ ਨੂੰ ਦਿੱਤਾ ਹੈ, ਉਹ ਸਿਰਫ ਇੱਕ ਪ੍ਰੈਸ਼ਰ ਬਣਾਉਣ ਦੇ ਲਈ ਦਿੱਤਾ ਹੈ ਔਰ ਉਹਨਾਂ ਦੇ ਵਿੱਚੋਂ ਜਿਵੇਂ ਤੁਸੀਂ ਕਹਿ ਰਹੇ ਹੋ, ਇੱਕ ਜਿਹੜਾ ਵੱਡਾ ਮੁੱਦਾ ਕਿਸਾਨਾਂ ਦੇ ਨਾਲ ਹੈ ਔਰ ਕਿਸਾਨਾਂ ਦੇ ਲਈ ਉਹ ਇਹ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਕਿ ਜੇਕਰ ਵਿਧਾਨ ਸਭਾ ਦੇ ਵਿੱਚ ਜਿਵੇਂ SYL ਦੇ ਉੱਤੇ ਸਟੈਂਡ ਲਿਆ ਸੀਗਾ, ਉਸ ਸਮਝੌਤੇ ਨੂੰ ਬਿਲਕੁਲ ਜੜਾਂ ਚੋਂ ਰੱਦ ਕੀਤਾ ਗਿਆ ਸੀ ਵਿਧਾਨ ਸਭਾ ਦੇ ਵਿੱਚ, ਉਸੇ ਤਰ੍ਹਾਂ ਦੀਆਂ ਜਿਹੜੀਆਂ ਨੇ ਵਿਧਾਨ ਸਭਾ ਦੇ ਵਿੱਚ ਨੀਤੀਆਂ ਲਿਆਂਦੀਆਂ ਜਾਣ ਔਰ ਉਸ ਚੀਜ਼ ਨੂੰ ਰੱਦ ਕੀਤਾ ਜਾਵੇ ਔਰ ਬਿਲਕੁਲ ਮੁਕੰਮਲ ਤੌਰ ਤੇ ਜਿਹੜਾ ਹੈਗਾ ਕਾਲੇ ਕਾਨੂੰਨਾਂ ਨੂੰ, 3 ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਜੇ ਆਪਾਂ ਨਵਜੋਤ ਸਿੰਘ ਦੀ ਜਿਹੜੀ ਸੋਚ ਹੈ ਕਿਸਾਨੀ ਬਾਰੇ, ਜੇ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਉਹ ਇਹ ਬਾਰ-ਬਾਰ ਕਹਿੰਦੇ ਨਜ਼ਰ ਆਉਂਦੇ ਨੇ ਕਿ ਕਿਸਾਨਾਂ ਦੀ ਆਮਦਨ ਕਿਵੇਂ ਵਧਾਈ ਜਾਏ। ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਉਹਨਾਂ ਨੇ 2 ਨੁਕਤੇ ਵੱਡੇ ਦਿੱਤੇ ਨੇ। ਉਹ ਵੱਡਾ ਇੱਕ ਨੁਕਤਾ ਹੈ ਉਹਨਾਂ ਦੇ ਵਿੱਚੋਂ ਕਿ ਇੱਕ ਤਾਂ MSP ਦਾ ਜਿਹੜਾ ਹੈਗਾ ਉਹ ਸਰਕਾਰ ਜ਼ਿੰਮੇਵਾਰੀ ਲਵੇ, ਸੈਂਟਰ ਸਰਕਾਰ ਦੇ ਨਾਲ ਨਾਲ ਜਿਹੜੀ ਸਟੇਟ ਦੀ ਸਰਕਾਰ ਹੈ ਉਹਦੀ ਜ਼ਿੰਮੇਵਾਰੀ ਹੋਵੇ ਕਿ MSP ਕਿਸਾਨਾਂ ਨੂੰ ਦੇਣੀ ਹੀ ਦੇਣੀ ਹੈ। ਇੱਕ ਹੈ ਕਿ APMC ਦਾ ਜਿਹੜਾ ਹੈਗਾ ਕਿ ਜਿਹੜੀਆਂ ਸਰਕਾਰੀ ਮੰਡੀਆਂ ਨੇ ਉਹਨਾਂ ਨੂੰ ਕਿਵੇਂ ਡਿਵੈਲਪ ਕੀਤਾ ਜਾਏ ਔਰ ਉਹਦੇ ਵਿੱਚ ਇਕੱਲਾ ਡਿਵੈਲਪ ਹੀ ਨਾ ਕੀਤਾ ਜਾਏ, ਜਿਹੜੀਆਂ ਕਿਸਾਨ ਫਸਲਾਂ ਪੈਦਾ ਕਰਦਾ ਹੈ, ਖਾਸ ਤੌਰ ਤੇ ਜਿਹੜੀਆਂ 2 ਫਸਲੀ ਚੱਕਰ ਚੋਂ ਜੇ ਉਹਨੂੰ ਕੱਢਣਾ ਹੈ ਤਾਂ ਲਾਜ਼ਮੀ ਤੌਰ ਤੇ ਉਹਨੂੰ ਜਿਹੜਾ ਬਹੁ ਫਸਲੀ ਚੱਕਰ ਹੈ ਉਹ ਅਪਣਾਉਣਾ ਪਏਗਾ ਕਿਸਾਨ ਨੂੰ ਔਰ ਸਰਕਾਰ ਨੂੰ ਉਹਦੀ ਗਰੰਟੀ ਲੈਣੀ ਪਏਗੀ ਕਿ ਉਹ ਜਿਹੜੀਆਂ ਫਸਲਾਂ ਪੈਦਾ ਕਰੇਗਾ ਉਸ ਨੂੰ ਸਰਕਾਰੀ ਮੰਡੀਆਂ ਦੇ ਵਿੱਚ ਜਿਹੜਾ ਹੈਗਾ ਚੰਗੇ ਰੇਟ ਦੇ ਉੱਤੇ ਜਿਹੜਾ ਹੈਗਾ ਚੱਕਿਆ ਜਾਏਗਾ, ਖਰੀਦਿਆ ਜਾਏਗਾ। ਸੋ ਇਸ ਕਰਕੇ ਜਿਹੜਾ ਕਿਸਾਨ ਦਾ ਮਾਡਲ ਨਵਜੋਤ ਸਿੰਘ ਸਿੱਧੂ ਲੈ ਕੇ ਆ ਰਹੇ ਨੇ ਔਰ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇੱਕ ਵਧੀਆ ਗੱਲ ਹੈ। ਜੇਕਰ ਇਹ ਪ੍ਰੈਸ਼ਰ ਬਣਦਾ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਕਾਂਗਰਸ ਦਾ ਜਿਹੜਾ ਹੈਗਾ ਗ੍ਰਾਫ, ਜਿਵੇਂ ਆਪਾਂ ਸਾਰੇ ਨੂੰ ਪਤਾ ਹੈ ਕਿ ਨੀਚੇ ਨੂੰ ਜਾ ਰਿਹਾ ਹੈ, ਤਾਂ ਹੌਲੀ ਹੌਲੀ ਇਹ ਗ੍ਰਾਫ ਉੱਪਰ ਵੀ ਜਾ ਸਕਦਾ ਹੈ। ਸੋ ਤਾਂ ਹੀ ਉੱਪਰ ਜਾਏਗਾ ਜੇਕਰ ਕੋਈ
ਪ੍ਰੈਕਟੀਕਲੀ ਜਿਹੜੀ ਜ਼ਮੀਨੀ ਪੱਧਰ ਦੇ ਉੱਤੇ ਉਹ ਕੰਮ ਦਿਖਦੇ ਲੋਕਾਂ ਨੂੰ ਨਜ਼ਰ ਆਉਣਗੇ। ਜੇਕਰ ਕੱਲ ਜਿਹੜੇ 5 ਉਹਨਾਂ ਨੇ ਨੁਕਤੇ ਉਠਾਏ ਨੇ, ਜੇਕਰ ਉਹ 5 ਨੁਕਤਿਆਂ ਦੇ ਉੱਤੇ ਕੰਮ ਸ਼ੁਰੂ ਹੁੰਦਾ ਹੈ ਔਰ ਉਹਨਾਂ ਦਾ ਰਿਜ਼ਲਟ ਸੱਚੀ ਮੁੱਚੀ ਰਿਜ਼ਲਟ ਜਿਹੜਾ ਹੈਗਾ ਸਾਹਮਣੇ ਆਉਂਦਾ ਹੈ, ਤਾਂ ਲੋਕਾਂ ਦਾ ਭਰੋਸਾ ਜਿਹੜਾ ਹੈਗਾ ਦੁਬਾਰਾ ਜਗ ਸਕਦਾ ਹੈ। ਜਿਹੜੇ ਪੋਸਟਰ ਲਾਏ ਜਾ ਰਹੇ ਨੇ ਕਿ ਸਭ ਦਾ ਸਾਂਝਾ ਨਾਰਾ ਕੈਪਟਨ ਦੁਬਾਰਾ, ਫਿਰ ਤਾਂ ਦੇਖੋ ਲੋਕਾਂ ਦਾ ਭਰੋਸਾ ਹੋ ਸਕਦਾ ਹੈ। ਜੇਕਰ ਇਹ ਚੀਜ਼ਾਂ ਨਹੀਂ ਹੁੰਦੀਆਂ, 18 ਨੁਕਾਤੀ ਪ੍ਰੋਗਰਾਮ ਲਾਗੂ ਨਹੀਂ ਹੁੰਦਾ, ਤਾਂ ਇਹਦੇ ਨਾਲ ਕੀ ਹੋਏਗਾ ਕਿ ਬਹੁਤ ਬੁਰੀ ਤਰ੍ਹਾਂ ਕਾਂਗਰਸ ਹਾਰ ਸਕਦੀ ਹੈ। ਔਰ ਕਾਂਗਰਸ ਦੇ ਵਿੱਚ ਜਿਹੜਾ ਭਰੋਸਾ ਲੋਕਾਂ ਨੇ ਕਿਸੇ ਵੇਲੇ ਕੀਤਾ ਸੀਗਾ ਔਰ ਉਹਨਾਂ ਨੂੰ, ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਪੱਧਰ ਤੇ ਉਹਨਾਂ ਨੂੰ ਜਿਤਾਇਆ ਸੀਗਾ। ਸੋ ਉਹ ਭਰੋਸਾ ਟੁੱਟੇਗਾ ਬੁਰੀ ਤਰ੍ਹਾਂ ਔਰ ਉਹਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਏਗਾ। ਉਹਦੇ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੀ ਅਕਸ ਵੀ ਜਿਹੜਾ ਹੈਗਾ ਦੇ ਠੇਸ ਲੱਗੇਗੀ ਔਰ ਇਸੇ ਤਰ੍ਹਾਂ ਕੈਪਟਨ ਸਾਹਿਬ ਦਾ ਅਕਸ ਜਿਹੜਾ ਹੈਗਾ ਉਹ ਤਾਂ ਆਲਰੇਡੀ ਆਪਾਂ ਨੂੰ ਵੀ ਪਤਾ ਹੈ ਕਿ ਬਹੁਤ ਥੱਲੇ ਜਾ ਚੁੱਕਿਆ ਹੈ। ਸੋ ਉਸ ਨੂੰ ਬਚਾਉਣ ਦੇ ਲਈ ਮੈਨੂੰ ਲੱਗਦਾ ਕਿ ਦਿਨ ਰਾਤ ਇੱਕ ਕਰਕੇ ਕਾਂਗਰਸ ਨੂੰ ਅੱਗੇ ਆਉਣਾ ਚਾਹੀਦਾ, ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ, ਜਿਹੜੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ ਕਹਿ ਰਹੇ ਨੇ ਕਿ ਆਹ ਵਿਧਾਨ ਸਭਾ ਦੇ ਵਿੱਚ ਤੁਸੀਂ ਕਾਨੂੰਨ ਪਾਸ ਕਰਨੇ ਨੇ ਔਰ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਤੁਸੀਂ ਡਟਣਾ ਹੈ, ਤਾਂ ਲਾਜ਼ਮੀ ਤੌਰ ਤੇ ਉਹ ਤੁਹਾਨੂੰ ਕਰਨਾ ਚਾਹੀਦਾ ਹੈ ਔਰ ਸਪੈਸ਼ਲ ਸੈਸ਼ਨ ਵੀ ਬੁਲਾ ਲੈਣਾ ਚਾਹੀਦਾ ਹੈ ਇਸ ਕੰਮ ਲਈ। ਤਾਂ ਸੋ ਇਸ ਲਈ ਤਾਂ ਬਹੁਤ ਵੱਡੀ ਗੱਲ ਹੋਏਗੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਨੂੰ ਇਸ ਵੇਲੇ ਜਿਹੜੀ ਉਹਨਾਂ ਦੀ ਕਾਰਜਸ਼ੈਲੀ ਹੈ, ਕੰਮ ਕਰਨ ਦਾ ਜਿਹੜਾ ਤਰੀਕਾ ਹੈ, ਉਹਨੂੰ ਬਦਲ ਕੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ, ਇਸ ਵੇਲੇ ਲੋਕਾਂ ਦੀਆਂ ਡਿਮਾਂਡਸ ਨੇ, ਉਹਨੂੰ ਪੂਰਾ ਕਰਕੇ, ਖਾਸ ਤੌਰ ਤੇ ਕਿਸਾਨਾਂ ਦੀਆਂ ਜੋ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਆਪਣਾ ਜਿਹੜਾ ਹੈਗਾ ਉਹਨੂੰ, ਜਿਹੜਾ ਬਹੁਤ ਉਹਨਾਂ ਨੇ ਰੈਸਟ ਕਰ ਲਈ, ਬਹੁਤ ਨੀਂਦ ਗੂੜੀ ਨੀਂਦ ਸੌਂ ਲਏ, ਹੁਣ ਜਾਗਣਾ ਚਾਹੀਦਾ ਹੈ। ਜੀ ਸੁਖਵਿੰਦਰ ਜੀ। ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।